ਤੁਹਾਡਾ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਗਿਆ, ਤੁਹਾਡੇ ਆਈਲੈਟਸ 6 ਈਚ ਬੈਂਡ ਸੀਗੇ, ਤੁਹਾਡਾ ਕਾਲਜ ਪਬਲਿਕ ਸੀਗਾ, ਤੁਸੀਂ ਸਾਡੇ ਨਾਲ ਸੰਪਰਕ ਕਰੋ, ਅਸੀਂ ਤੁਹਾਡੀ ਰਿਫਿਊਜ਼ਲ ਨੂੰ ਵੀਜ਼ੇ 'ਚ ਕਨਵਰਟ ਕਰ ਦਾਂਗੇ। 90% ਰਿਫਿਊਜ਼ਲ ਇਹ ਬੇਸ ਤੇ ਆਉਂਦੀ ਹੈ ਕਿ ਤੁਸੀਂ ਵਾਪਸ ਨਹੀਂ ਆਣਾ। ਕੈਨੇਡਾ ਵੀਜ਼ਾ ਦੇ ਰਿਹਾ ਪਰ 6 ਈਚ ਵਾਲੇ ਬੱਚਿਆਂ ਨੂੰ ਦੇ ਰਿਹਾ। ਜਾ ਕਿਹੜਾ ਬੱਚਾ ਸਕਦਾ, ਜਿਹੜਾ ਬੱਚਾ ਆਂਦਾ ਕਿ ਹਰ ਕੋਈ ਜਾ ਸਕਦਾ ਕੈਨੇਡਾ? ਬਟ ਯੂਕੇ ਨੂੰ ਇਸ ਤਰ੍ਹਾਂ ਨਹੀਂ ਸੋਚ ਸਕਦੇ ਯਾਰ ਕਿ ਯੂਕੇ ਹਰ ਬੱਚਾ ਜਾਣ ਲਈ ਐਲੀਜੀਬਲ, ਯੂਕੇ ਦੇ ਵੀ ਇੱਕ ਆਪਣਾ ਬੇਸਿਕ ਰਿਕੁਆਇਰਮੈਂਟ ਹੈ ਕਿ ਐਮਬੈਸੀ ਨੂੰ ਇਹ ਕਲੀਅਰ ਹੋਣਾ ਚਾਹੀਦਾ ਹੈ ਕਿ ਇਹ ਸਟੂਡੈਂਟ ਜੈਨੂਇਨ ਹੈ ਕਿ ਨਹੀਂ, ਕਿਉਂਕਿ ਉਹਨਾਂ ਦਾ ਮੇਨ ਪਰਪਸ ਹੀ ਇਹ ਹੁੰਦਾ ਹੈ। ਉਹ ਕਈ ਵਾਰੀ ਐਡਸ ਦੇਖ ਕੇ ਵੀ ਆਂਦੇ ਕਿ 3 ਲੱਖ ਦੇ ਵਿੱਚ ਯੂਕੇ ਜਾਓ, ਕਿ ਵਾਕਈ 3 ਲੱਖ ਦੇ ਵਿੱਚ ਜਾਣਾ ਪੋਸੀਬਲ ਹੈਗਾ ਯੂਕੇ? ਗਲਤੀਆਂ ਕਈ ਤਰ੍ਹਾਂ ਦੀ ਹੁੰਦੀ, ਕਈ ਵਾਰ ਇਹ ਹੁੰਦਾ ਹੈ ਕੋਰਸ ਮਿਸਮੈਚ ਕਰਦਾ ਹੈ ਜਾਂ ਫਿਰ ਉਹ ਦਿਖਾਉਂਦੇ ਕੁਝ ਹੈ ਲੇਕਿਨ ਡਾਕੂਮੈਂਟਸ ਉਹ ਚੀਜ਼ ਰਿਪਰੈਜ਼ੈਂਟ ਨਹੀਂ ਕਰ ਪਾਉਂਦੇ। ਬਟ ਮੋਸਟਲੀ ਰਿਫਿਊਜ਼ਲ ਕੇਸਿਸ ਜਿਵੇਂ ਆਪਣੇ ਕੋਲ ਆਉਂਦੇ ਆ ਤਾਂ ਇਹ ਹੁੰਦਾ ਹੈ ਕਿ ਕੋਰਸ ਔਰ ਕਾਲਜ ਦਾ ਮੇਨ, ਕਈਆਂ ਦੇ ਕਾਲਜ ਪ੍ਰਾਈਵੇਟ ਹੁੰਦੇ ਆ, ਕਈਆਂ ਦਾ ਕੋਰਸ ਮਿਸਮੈਚ। ਕਿ ਸਪਾਊਸ ਵੀਜ਼ਾ ਵੀ ਹਰ ਕਿਸੇ ਦੇ ਲਈ ਬਹੁਤ ਸੌਖਾ ਯੂਕੇ ਦੇ ਵਾਸਤੇ। ਬੱਚੇ ਦਾ ਕੈਸ਼ ਲੈਟਰ ਆ ਜਾਂਦਾ, ਉੱਥੇ ਬੱਚੇ ਨੂੰ ਸ਼ੋਰਟੀ ਹੋ ਜਾਂਦੀ ਕਿ ਆਪਣਾ ਵੀਜ਼ਾ ਆਏਗਾ ਹੀ ਆਏਗਾ। ਬੱਚਾ ਕਿਤੇ ਨਹੀਂ ਜਾ ਸਕਦਾ, ਉਹ ਯੂਕੇ ਅਪਲਾਈ ਕਰ ਲੇ ਕਿ ਯੂਕੇ ਹਰੇਕ ਬੱਚਾ ਜਾ ਸਕਦਾ। ਉਹ ਬੱਚੇ ਲਈ ਬਿਲਕੁਲ ਹੀ ਮਨਾ ਹੈ ਕਿ ਉਹ ਵਿਦਆਊਟ ਅਸ ਨਹੀਂ ਜਾ ਸਕਦਾ। ਬੇਸ ਹੁੰਦਾ ਉਹ ਕੋਰਸ ਦੀ ਰੈਲੇਵੈਂਸੀ ਹੀ ਹੁੰਦੀ ਹੈ। ਜਦੋਂ ਤੱਕ ਕੋਰਸ ਤੁਹਾਡਾ ਰੈਲੇਵੈਂਟ ਹੀ ਨਹੀਂ ਹੋਏਗਾ ਤੁਸੀਂ ਵੀਜ਼ਾ ਤੱਕ ਪਹੁੰਚੋਗੇ ਹੀ ਨਹੀਂ। ਕਿਉਂ ਰਿਫਿਊਜ਼ਲ ਆਉਂਦੀਆਂ ਤੇ ਫਿਰ ਜਦੋਂ ਤੁਹਾਡੇ ਕੋਲ ਆਂਦਾ ਫਿਰ ਉਹ ਵੀਜ਼ਾ 'ਚ ਕਿਸ ਤਰ੍ਹਾਂ ਕਨਵਰਟ ਹੋਊਗਾ? ਬਟ ਇਹ ਹੁੰਦਾ ਜੇ ਕੋਰਸ ਮਿਸਮੈਚ ਹੋਏਗਾ ਤਾਂ ਵੀਜ਼ਾ ਕਈਆਂ ਦੇ 7 ਰਿਫਿਊਜ਼ਲਸ, 8 ਰਿਫਿਊਜ਼ਲਸ, ਡਾਕੂਮੈਂਟਸ ਇਨਕੰਪਲੀਟ ਹੈ, ਫਾਈਨੈਂਸ਼ੀਅਲਸ ਹੀ ਨਹੀਂ ਹੁੰਦੇ, ਇਹੀ ਮੇਨ ਰੀਜ਼ਨਸ ਹੁੰਦੇ। ਦੇਖੋ ਮੇਨ ਬੱਚੇ ਦੀ ਅਗਰ ਪੀਟੀ ਸਕੋਰ ਦੀ ਗੱਲ ਕੀਤੀ ਜਾਵੇ, ਪੀਟੀ ਸਕੋਰ ਬੱਚੇ ਦਾ 58 ਨਾਟ ਲੈਸ ਦੈਨ 51 ਹੋਣਾ ਚਾਹੀਦਾ। ਉਹ ਬੱਚੇ ਦੇ ਲਈ ਵੀ ਸਾਡੇ ਕੋਲ ਆਪਸ਼ਨਸ ਹੈਗੀਆਂ ਨੇ। ਅਗਰ ਬੱਚੇ ਨੇ ਸਪਾਊਸ ਕੇਸ ਲਈ ਜਾਣਾ ਹੈਗਾ, ਸਪਾਊਸ ਕੇਸ ਲਈ ਬੱਚੇ ਕੋਲ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਮੇਨ ਐਪਲੀਕੈਂਟ ਕੋਲ, ਤੇ ਉਹ ਆਪਣਾ ਸਪਾਊਸ ਕੇਸ ਲਗਾ ਸਕਦਾ। ਵਿਦ ਬੇਬੀ ਜਾਣਾ ਹੋਵੇ ਤਾਂ ਵਿਦ ਬੇਬੀ ਵੀ ਜਾ ਸਕਦਾ ਹੈ। ਬਟ ਬੈਂਡ ਸਕੋਰ ਦੀ ਰਿਕੁਆਇਰਮੈਂਟ ਅਗਰ ਮਾਸਟਰਸ ਲਈ ਦੇਖੀ ਜਾਵੇ 6.5 ਨਾਟ ਲੈਸ ਦੈਨ 6 ਦੀ ਹੈ। ਅਗਰ ਗ੍ਰੈਜੂਏਸ਼ਨ ਲਈ ਦੇਖੀ ਜਾਵੇ 6 ਨਾਟ ਲੈਸ ਦੈਨ 6 ਦੀ ਹੈ। 6 ਨਾਟ ਲੈਸ ਦੈਨ 5.5 ਇਨ 1 ਮੋਡਿਊਲਸ ਵੀ ਹੋਵੇ ਉਹ ਵੀ ਐਕਸੈਪਟੇਬਲ ਹੈ। ਪੰਜਾਬ ਦੇ ਨੌਜਵਾਨ ਅੱਜ ਕੱਲ੍ਹ ਬਾਹਰ ਜਾਣ ਦੇ ਬਹੁਤ ਸ਼ੌਕੀਨ ਨੇ। ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਰਹਿ ਕੇ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਬਿਹਤਰ ਗੁਜ਼ਰ ਸਕਦੀ ਹੈ, ਜਿਸ ਕਰਕੇ ਉਹ ਏਜੰਟਾਂ ਦੇ ਕੋਲ ਆਉਂਦੇ ਨੇ, ਵੀਜ਼ੇ ਲਵਾਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਕਈ ਲੋਕਾਂ ਦੇ ਵੀਜ਼ੇ ਲੱਗ ਵੀ ਜਾਂਦੇ ਤੇ ਕਈਆਂ ਦੇ ਰਿਫਿਊਜ਼ ਵੀ ਹੋ ਜਾਂਦੇ ਨੇ। ਜਿਨ੍ਹਾਂ ਦੇ ਵੀਜ਼ੇ ਲੱਗਦੇ ਨੇ ਉਹ ਬਹੁਤ ਖੁਸ਼ ਹੁੰਦੇ ਨੇ ਤੇ ਜਿਨ੍ਹਾਂ ਦੇ ਨਹੀਂ ਲੱਗਦੇ ਉਹ ਮਾਯੂਸ ਹੁੰਦੇ ਨੇ। ਤਾਂ ਵੀਜ਼ੇ ਲੱਗਦੇ ਕਿਸ ਤਰ੍ਹਾਂ ਨੇ? ਆਮ ਤੌਰ 'ਤੇ ਜਦੋਂ ਰਿਫਿਊਜ਼ਲ ਆ ਜਾਂਦੀ ਹੈ ਤਾਂ ਬੰਦਾ ਕਹਿੰਦਾ ਕਿ ਹੁਣ ਦੁਬਾਰਾ ਅਸੀਂ ਨਹੀਂ ਲਗਾਉਣਾ ਕਿਉਂਕਿ ਪੈਸਾ ਬਹੁਤ ਲੱਗਿਆ ਹੁੰਦਾ। ਪਰ ਅੱਜ ਵਿਜ਼ਨ ਗਰੁੱਪ ਦੇ ਵਿੱਚ ਮੌਜੂਦ ਆ ਜਿਨ੍ਹਾਂ ਨੇ 15 ਦਿਨਾਂ ਦੇ ਵਿੱਚ, ਪਿਛਲੇ 15 ਦਿਨਾਂ ਦੇ ਵਿੱਚ 100 ਵੀਜ਼ੇ ਹਾਸਲ ਕੀਤੇ ਆ ਤੇ ਬੀਤੇ ਦਿਨ ਹੀ ਇੱਕ ਦਿਨ ਦੇ ਵਿੱਚ ਇਹਨਾਂ ਦੇ ਕੋਲ 41 ਵੀਜ਼ੇ ਹਾਸਲ ਹੋਏ ਨੇ, ਜਿਨ੍ਹਾਂ ਦੇ ਵਿੱਚ ਕੈਨੇਡਾ ਦੇ ਵੀ ਨੇ ਅਤੇ ਯੂਕੇ ਦੇ ਵੀ ਨੇ। ਖਾਸ ਤੌਰ 'ਤੇ ਇਹ ਗੱਲ ਹੈ ਕਿ 60% ਕੇਸ ਉਹ ਨੇ ਜਿਹੜੇ ਰਿਫਿਊਜ਼ਲ ਤੋਂ ਬਾਅਦ ਇਹਨਾਂ ਨੇ ਵੀਜ਼ੇ ਜਿਨ੍ਹਾਂ ਦੇ ਪ੍ਰਾਪਤ ਕੀਤੇ ਨੇ। ਤੇ ਹੁਣ ਇਹਨਾਂ ਦੇ ਕੋਲ ਕੀ ਮਸ਼ੀਨ ਹੈ ਜਾਂ ਕੀ ਹੈ ਕਿ ਰਿਫਿਊਜ਼ਲ ਤੋਂ ਬਾਅਦ ਇਹ ਵੀਜ਼ਾ ਕਿਸ ਤਰ੍ਹਾਂ ਹਾਸਲ ਕਰ ਲੈਂਦੇ ਨੇ? ਗੱਲਬਾਤ ਕਰਾਂਗੇ। ਉਹਨਾਂ ਦਾ ਸਟਾਫ ਸਾਡੇ ਨਾਲ ਪੂਰਾ ਮੌਜੂਦ ਹੈ। ਮੈਮ 60% ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਕੇਸ ਨੇ ਕੈਨੇਡਾ ਦੇ ਜਿਹੜੇ ਰਿਫਿਊਜ਼ਲ ਤੋਂ ਬਾਅਦ ਤੁਸੀਂ ਵੀਜ਼ਾ ਹਾਸਲ ਕੀਤਾ, ਇਸ ਦਾ ਕਿਸ ਤਰ੍ਹਾਂ ਹੋ ਸਕਦਾ? ਪਹਿਲਾਂ ਵੀਜ਼ਾ ਰਿਫਿਊਜ਼ ਹੋਇਆ, ਬਾਅਦ 'ਚ ਕਿਸ ਤਰ੍ਹਾਂ ਉਹ ਵੀਜ਼ਾ ਹਾਸਲ ਹੋ ਜਾਂਦਾ? ਐਮਬੈਸੀ ਦੀ ਰਿਕੁਆਇਰਮੈਂਟਸ ਹਰ ਦਿਨ ਚੇਂਜ ਹੁੰਦੀ ਰਹਿੰਦੀ ਹੈ। ਕਈ ਵਾਰ ਸਟੂਡੈਂਟਸ ਕਹਿੰਦੇ ਕਿ ਪਹਿਲੇ ਸਾਡਾ ਵੀਜ਼ਾ ਨਹੀਂ ਆਇਆ, ਹੁਣ ਆ ਗਿਆ। ਔਰ ਵਿੱਚ ਹੁੰਦਾ ਕੁਝ ਨਹੀਂ, ਮੇਨਲੀ ਅਸੀਂ ਉਹਨਾਂ ਦੇ ਕਰੀਅਰ ਪ੍ਰਸਪੈਕਟਿਵਸ ਨੂੰ ਕਲੀਅਰ ਕਰਨਾ ਹੁੰਦਾ ਹੈ ਕਿ ਐਮਬੈਸੀ ਨੂੰ ਇਹ ਕਲੀਅਰ ਹੋਣਾ ਚਾਹੀਦਾ ਹੈ ਕਿ ਇਹ ਸਟੂਡੈਂਟ ਜੈਨੂਇਨ ਹੈ ਕਿ ਨਹੀਂ, ਕਿਉਂਕਿ ਉਹਨਾਂ ਦਾ ਮੇਨ ਪਰਪਸ ਹੀ ਇਹ ਹੁੰਦਾ ਹੈ ਕਿ ਤੁਸੀਂ ਕੈਨੇਡਾ ਛੱਡ ਕੇ ਵਾਪਸ ਨਹੀਂ ਆਣਾ। ਉਹਨੂੰ ਅਸੀਂ ਕਿੱਦਾਂ ਜਸਟੀਫਾਈ ਕਰਾਂਗੇ ਕਿ ਉਹਦਾ ਕੋਰਸ ਰੈਲੀਵੈਂਟ ਹੋਣਾ ਚਾਹੀਦਾ, ਬੱਚੇ ਦੀ ਪ੍ਰੋਫਾਈਲ ਸਹੀ ਹੋਣੀ ਚਾਹੀਦੀ ਔਰ ਇਹ ਡਾਕੂਮੈਂਟੇਸ਼ਨ ਸਹੀ ਤਰ੍ਹਾਂ ਨਾਲ ਲੱਗੇ ਹੋਣੇ ਚਾਹੀਦੇ। ਸਿਰਫ ਇਹੀ ਚੀਜ਼ਾਂ ਮੈਟਰ ਕਰਦੀਆਂ। ਅਗਰ ਇਹਨਾਂ ਨੂੰ ਪੂਰੀ ਤਰ੍ਹਾਂ ਫੋਲੋ ਕੀਤਾ ਜਾਏ ਤਾਂ ਵੀਜ਼ਾ 100%। ਆਮ ਤੌਰ 'ਤੇ ਜਿਹੜੀ ਰਿਫਿਊਜ਼ ਵਾਲੀਆਂ ਫਾਈਲਸ ਹੁੰਦੀਆਂ ਉਹਨਾਂ ਦੇ ਵਿੱਚ ਗਲਤੀਆਂ ਕੀ ਹੁੰਦੀਆਂ ਨੇ? ਉਹ ਏਜੰਟ ਵੱਲੋਂ ਕੀਤੀਆਂ ਗਈਆਂ ਹੁੰਦੀਆਂ ਨੇ ਕਿ ਬੱਚਿਆਂ ਵੱਲੋਂ ਕੀਤੀਆਂ ਗਈਆਂ ਹੁੰਦੀਆਂ? ਦੇਖੋ ਗਲਤੀਆਂ ਕਈ ਤਰ੍ਹਾਂ ਦੀ ਹੁੰਦੀ। ਕਈ ਵਾਰ ਇਹ ਹੁੰਦਾ ਹੈ ਕੋਰਸ ਮਿਸਮੈਚ ਕਰਦਾ ਹੈ ਜਾਂ ਫਿਰ ਉਹ ਦਿਖਾਉਂਦੇ ਕੁਝ ਹੈ ਲੇਕਿਨ ਡਾਕੂਮੈਂਟਸ ਉਹ ਚੀਜ਼ ਰਿਪਰੈਜ਼ੈਂਟ ਨਹੀਂ ਕਰ ਪਾਉਂਦੇ। ਠੀਕ ਹੈ। ਔਰ ਕਈ ਵਾਰ ਇਹ ਵੀ ਹੋ ਜਾਂਦਾ ਹੈ ਇਨਕਮ ਸੋਰਸ ਬਹੁਤ ਵੈਰੀ ਕਰਦਾ ਹੈ। ਜਿੱਦਾਂ ਕਈ ਵਾਰ ਇਹ ਹੋ ਜਾਂਦਾ ਹੈ ਕਿ ਤੁਹਾਡੀ ਫੈਮਿਲੀ ਵਿੱਚ ਤੁਹਾਨੂੰ ਕੌਣ ਫਾਈਨੈਂਸ਼ੀਅਲੀ ਸਪੋਰਟ ਕਰ ਰਿਹਾ ਹੈ, ਮਦਰ ਫਾਦਰ ਹੈ ਤਾਂ ਉਹਨਾਂ ਦੀ ਕੀ ਐਬਿਲਿਟੀ ਹੈ। ਕਈ ਵਾਰ ਸਟੂਡੈਂਟਸ ਬਹੁਤ ਜ਼ਿਆਦਾ ਹਾਈ ਦਿਖਾ ਦਿੰਦੇ ਆ ਬਟ ਉਹਨਾਂ ਤੋਂ ਡਾਕੂਮੈਂਟੇਸ਼ਨ ਨਹੀਂ ਹੁੰਦੇ, ਤਾਂ ਇਹਦੇ ਨਾਲ ਇਨਫੋਰਮੇਸ਼ਨ ਕੰਟਰਾਡਿਕਟ ਹੋ ਜਾਂਦੀ ਹੈ। ਤਾਂ ਇਹ ਚੀਜ਼ਾਂ ਤੁਹਾਡੀ ਫਾਈਲ 'ਤੇ ਬਹੁਤ ਮੈਟਰ ਕਰਦੀਆਂ। ਤੇ ਅਸੀਂ ਜੋ ਵੀ ਕਰੋ ਜੈਨੂਇਨ ਸ਼ੋ ਕਰੋ, ਜੈਨੂਇਨ ਇਨਕਮ ਸ਼ੋ ਕਰੋ ਆਪਣੇ ਡਾਕੂਮੈਂਟਸ, ਤਾਂ ਤੁਹਾਡਾ ਵੀਜ਼ਾ % ਪੂਰੀ ਫੁੱਲ ਗਾਰੰਟੀ ਹੈ ਕਿ ਵੀਜ਼ਾ ਆਏਗਾ ਹੀ ਆਏਗਾ। ਤੇ ਜਦੋਂ ਰਿਫਿਊਜ਼ ਹੁੰਦਾ, ਰਿਫਿਊਜ਼ ਕਿਹੜੇ ਕਾਰਨਾਂ ਤੇ ਹੁੰਦਾ? ਵੀ ਜਦੋਂ ਇੱਕ ਫਾਈਲ ਰਿਫਿਊਜ਼ ਹੁੰਦੀ ਹੈ ਕਿਹੜੇ ਉਹ ਫੈਕਟਸ ਹੁੰਦੇ ਨੇ ਜਿਨ੍ਹਾਂ ਤੇ ਐਮਬੈਸੀ ਫਾਈਲ ਰਿਜੈਕਟ ਕਰ ਦਿੰਦੀ ਹੈ? ਐਮਬੈਸੀ ਦਾ, ਕੈਨੇਡਾ ਐਮਬੈਸੀ ਦਾ ਤਾਂ ਸਭ ਤੋਂ ਮੇਜਰ ਪੁਆਇੰਟ ਹੀ ਇਹ ਹੈ ਕਿ ਤੁਸੀਂ ਵਾਪਸ ਨਹੀਂ ਆਉਣਾ। 90% ਰਿਫਿਊਜ਼ਲ ਇਹ ਬੇਸ ਤੇ ਆਉਂਦੀ ਹੈ ਕਿ ਤੁਸੀਂ ਵਾਪਸ ਨਹੀਂ ਆਉਣਾ। ਵਾਪਸ ਨਹੀਂ ਆਉਣਾ ਤੁਹਾਡੇ ਅਕੈਡਮਿਕ ਨਹੀਂ ਰੈਲੀਵੈਂਟ ਜਾਂ ਤੁਹਾਡੇ ਫਾਈਨੈਂਸ਼ੀਅਲ ਨਹੀਂ ਜਸਟੀਫਾਈ ਜਾਂ ਫਿਰ ਤੁਹਾਡੇ ਡਾਕੂਮੈਂਟੇਸ਼ਨ ਜੋ ਤੁਸੀਂ ਫਾਈਲ 'ਚ ਆਪਣੇ ਲਗਾ ਰਹੇ ਹੋ ਉਹ ਪ੍ਰੋਪਰ ਨਹੀਂ ਹੈ ਜਾਂ ਫਿਰ ਪ੍ਰੋਪਰ PDF 'ਚ ਨਹੀਂ ਲੱਗੇ। ਕਈ ਵਾਰ ਕਈ ਸਟੂਡੈਂਟਸ ਕੀ ਕਹਿੰਦੇ ਆ ਕਿ ਇੱਦਾਂ ਹੀ ਡਾਕੂਮੈਂਟਸ ਦੇ ਤੇ ਅਪਲੋਡ ਕਰ ਦਿੱਤੇ, ਬਟ ਉਹ ਡਾਕੂਮੈਂਟਸ ਦੀ ਕਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਅਗਰ ਡਾਕੂਮੈਂਟੇਸ਼ਨ ਸਹੀ ਨਹੀਂ ਲੱਗੇ ਤਾਂ ਤੁਹਾਡੀ ਜਿਹੜੀ ਫਾਈਲ ਹੈ ਉਹ ਆਨਲਾਈਨ ਹੀ ਵੈਰੀਫਾਈ ਹੋਣੀ ਹੈ, ਆਨਲਾਈਨ ਹੀ ਚੈੱਕ ਹੋਣੀ ਹੈ। ਜੇ ਉਹੀ ਨਹੀਂ ਹੋ ਪਾਏਗੀ ਤਾਂ ਫਾਈਲ ਨੈਗੇਟਿਵ ਰਿਸਪੌਂਸ ਕਰੇਗੀ ਹੀ ਕਰੇਗੀ। ਮੈਮ ਕੋਰਸ ਦੀ ਰੈਲੇਵੈਂਸੀ ਕਿੰਨੀ ਕੁ ਜ਼ਰੂਰੀ ਹੁੰਦੀ ਹੈ ਕੈਨੇਡਾ ਦੇ ਵਿੱਚ ਵੀ, ਕਿਉਂਕਿ ਕੋਰਸ ਤੇ ਵੀ ਵੀਜ਼ਾ ਰਿਫਿਊਜ਼ ਹੋ ਜਾਂਦਾ, ਕੋਰਸ ਦੀ ਰੈਲੇਵੈਂਸੀ ਕਿੰਨੀ ਕੁ ਜ਼ਰੂਰੀ ਹੈ?
ਕੋਰਸ ਦੀ ਰੈਲੇਵੈਂਸੀ 110% ਜੋ ਸਾਡਾ ਬੇਸ ਹੁੰਦਾ ਉਹ ਕੋਰਸ ਦੀ ਰੈਲੇਵੈਂਸੀ ਹੀ ਹੁੰਦੀ ਹੈ। ਜਦੋਂ ਤੱਕ ਕੋਰਸ ਤੁਹਾਡਾ ਰੈਲੇਵੈਂਟ ਹੀ ਨਹੀਂ ਹੋਏਗਾ ਤੁਸੀਂ ਵੀਜ਼ਾ ਤੱਕ ਪਹੁੰਚੋਗੇ ਹੀ ਨਹੀਂ। ਔਰ ਇਹ ਸਭ ਨੂੰ ਪ੍ਰੋਸੈਸ ਕਰਨ ਤੋਂ ਪਹਿਲਾਂ ਜੋ ਤੁਹਾਡੇ ਪੁਰਾਣੇ ਅਕੈਡਮਿਕਸ ਨੇ ਉਹ ਤੁਹਾਡੇ ਕੋਰਸ ਦੇ ਨਾਲ ਕਿੰਨੇ ਕੁ ਜ਼ਿਆਦਾ ਰੈਲੇਵੈਂਟ ਨੇ ਪਹਿਲਾਂ ਉਹ ਵੇਰੀ ਹੋਣਾ ਜ਼ਰੂਰੀ ਹੁੰਦਾ ਹੈ। ਜੋ ਬੱਚੇ ਨੇ ਪ੍ਰੀਵੀਅਸ ਐਜੂਕੇਸ਼ਨ ਕੀਤੀ ਹੈ ਸਭ ਤੋਂ ਪਹਿਲਾ ਪੁਆਇੰਟ ਤੁਹਾਡਾ ਬੇਸ ਹੀ ਉਹੀ ਹੈ, ਉਹਦੇ ਨਾਲ ਹੀ ਤੁਹਾਡੀ ਫਾਊਂਡੇਸ਼ਨ ਬਣਦੀ ਹੈ। ਜੋ ਤੁਹਾਡਾ ਪਹਿਲਾ ਬੇਸ ਹੈ ਉਹਦੇ ਅਕੋਰਡਿੰਗ ਅਗਰ ਤੁਸੀਂ ਕੋਰਸ ਹੀ ਨਹੀਂ ਸਿਲੈਕਟ ਕੀਤਾ ਤਾਂ ਤੁਸੀਂ ਅੱਗੇ ਸਟੈਪ ਤੇ ਨਹੀਂ ਪਹੁੰਚ ਪਾਓਗੇ। ਸੋ ਅਸੀਂ ਪਹਿਲਾਂ ਇਸ ਚੀਜ਼ ਨੂੰ ਬਹੁਤ ਧਿਆਨ ਨਾਲ ਜੱਜ ਕਰਦੇ ਹਾਂ ਕਿ ਬੱਚੇ ਦੀ ਪ੍ਰੀਵੀਅਸ ਐਜੂਕੇਸ਼ਨ ਕੀ ਹੈ। ਸੋ ਉਹਦੇ ਅਕੋਰਡਿੰਗ ਉਸੇ ਸਟਰੀਮ ਦੇ ਅਕੋਰਡਿੰਗ ਬੱਚੇ ਨੂੰ ਕੋਰਸ ਦਿੱਤਾ ਜਾਏ ਜਿਹਦੇ ਨਾਲ ਨਾ ਕਿ ਉਹਨੂੰ ਵੀਜ਼ਾ ਦੇ ਸਕਸੈਸਫੁਲ ਚਾਂਸਸ ਮਿਲਣ ਤਾਂ ਕਿ ਬੱਚੇ ਨੂੰ ਅੱਗੋਂ PR ਲਈ ਤੇ ਹੋਰ ਵੀ ਜੌਬ ਓਪਰਚੁਨਿਟੀਜ਼ ਵੀ ਬੱਚੇ ਨੂੰ ਕੋਰਸ ਚੁਣਨ ਦੇ ਵਿੱਚ ਗਲਤੀਆਂ ਕੀ ਕਰਦੇ ਨੇ ਬੱਚੇ ਜਿਹੜੇ, ਜੇ ਮੰਨ ਲਓ ਕਮਰਸ ਦਾ ਬੱਚਾ ਹੈ ਤੇ ਉਹਨੇ ਬਾਹਰ ਜਾਣਾ, ਗਲਤੀਆਂ ਕੀ ਹੁੰਦੀਆਂ ਨੇ ਕੋਰਸ ਸਿਲੈਕਟ ਕਰਨ ਵੇਲੇ? ਕੋਰਸ ਸਿਲੈਕਟ ਕਰਨ ਵੇਲੇ ਬੱਚੇ ਜ਼ਿਆਦਾਤਰ ਇਹ ਗਲਤੀਆਂ ਕਰਦੇ ਆ ਕਿ ਕਹਿੰਦੇ ਜੀ ਹਾਂਜੀ ਕਾਮਰਸ ਵਿੱਚ ਵੀ ਕੰਪਿਊਟਰ ਹੈ ਜੀ, ਮੈਥਸ ਹੈ ਤਾਂ ਇਕਨੋਮਿਕਸ ਹੈ ਤਾਂ ਉਹਦੇ ਨਾਲ ਮਿਲਦਾ ਜੁਲਦਾ ਕੋਈ ਵੀ ਹੋਰ ਕੋਰਸ ਆਪਟ ਕਰ ਲੈਂਦੇ ਆ। ਬਟ ਪ੍ਰੋਪਰ ਜੋ ਰੈਲੀਵੈਂਸੀ ਜਾਂ ਜੋ ਕਾਲਜ ਕਹਿੰਦਾ ਉਸ ਹਿਸਾਬ ਨਾਲ ਬੱਚੇ ਨਹੀਂ ਚੱਲਦੇ। ਤਾਂ ਇਹ ਮੇਜਰ ਜਿਹੜੀ ਮਿਸਟੇਕ ਹੈ ਬੱਚੇ ਇਹੀ ਚੀਜ਼ ਕਰ ਲੈਂਦੇ ਕਿਉਂਕਿ ਬੱਚੇ ਨੂੰ ਵੀ ਇਹੀ ਹੁੰਦਾ ਕਿ ਚਲੋ ਆਫਰ ਲੈਟਰ ਇਸ ਕੋਰਸ 'ਚ ਜਲਦੀ ਆ ਜਾਏਗੀ, ਵੀਜ਼ਾ ਤਾਂ ਆ ਹੀ ਜਾਏਗਾ। ਬਟ ਇਸ ਚੀਜ਼ 'ਚ ਬੱਚੇ ਕਿਤੇ ਨਾ ਕਿਤੇ ਕੋਰਸ ਹੈ ਜਿਹੜਾ ਉਹਦਾ ਮਿਸਮੈਚ ਕਰ ਲੈਂਦੇ ਨੇ। ਮੈਮ ਸਭ ਤੋਂ ਪਹਿਲਾਂ ਬੱਚਾ ਤੁਹਾਡੇ ਕੋਲ ਆਉਂਦਾ ਜਦੋਂ ਇੱਥੇ ਐਂਟਰ ਕਰਦਾ, ਬੱਚਿਆਂ ਦੇ ਸਵਾਲ ਕੀ ਹੁੰਦੇ ਕੈਨੇਡਾ ਨੂੰ ਲੈ ਕੇ ਵੀ ਅਸੀਂ ਜਾ ਸਕਦੇ ਜਾਂ ਨਹੀਂ ਜਾ ਸਕਦੇ? ਕਿਸ ਤਰ੍ਹਾਂ ਦੇ ਸਵਾਲ ਹੁੰਦੇ ਨੇ ਤੇ ਕਿਸ ਤਰ੍ਹਾਂ ਫਿਰ ਉਹਨਾਂ ਨੂੰ ਤੁਹਾਡੇ ਵੱਲੋਂ ਸਮਝਾਇਆ ਜਾਂਦਾ? ਹਰ ਇੱਕ ਦੇ ਆਪਣੇ ਆਪਣੇ ਡਾਊਟਸ ਹੁੰਦੇ ਆ। ਮੇਨ ਹੁੰਦੇ ਆ ਕਈ ਰਿਫਿਊਜ਼ਲ ਕੇਸਿਸ ਵੀ ਆਪਣੇ ਕੋਲ ਆਉਂਦੇ ਆ, ਕਈ ਫਰੈਸ਼ ਕੇਸਿਸ ਵੀ ਹੁੰਦੇ ਆ। ਬਟ ਮੋਸਟਲੀ ਰਿਫਿਊਜ਼ਲ ਕੇਸਿਸ ਜਿਵੇਂ ਆਪਣੇ ਕੋਲ ਆਉਂਦੇ ਆ ਤਾਂ ਇਹ ਹੁੰਦਾ ਕਿ ਕੋਰਸ ਔਰ ਕਾਲਜ ਦਾ ਮੇਨ, ਕਈਆਂ ਦੇ ਕਾਲਜ ਪ੍ਰਾਈਵੇਟ ਹੁੰਦੇ ਆ, ਕਈਆਂ ਦਾ ਕੋਰਸ ਮਿਸਮੈਚ ਬਿਲਕੁਲ ਜਿਵੇਂ ਮੈਮ ਨੇ ਕਿਹਾ। ਬਟ ਇਹ ਹੁੰਦਾ ਜੇ ਕੋਰਸ ਮਿਸਮੈਚ ਹੋਏਗਾ ਤਾਂ ਵੀਜ਼ਾ ਕਈਆਂ ਦੀ 7 ਰਿਫਿਊਜ਼ਲਸ, 8 ਰਿਫਿਊਜ਼ਲਸ, ਡਾਕੂਮੈਂਟਸ ਇਨਕੰਪਲੀਟ ਹੈ, ਫਾਈਨੈਂਸ਼ੀਅਲਸ ਹੀ ਨਹੀਂ ਹੁੰਦੇ, ਇਹੀ ਮੇਨ ਰੀਜ਼ਨਸ ਹੁੰਦੇ ਆ। ਜਾ ਕਿਹੜਾ ਬੱਚਾ ਸਕਦਾ? ਜਿਹੜਾ ਬੱਚਾ ਆਉਂਦਾ ਕਿ ਹਰ ਕੋਈ ਜਾ ਸਕਦਾ ਕੈਨੇਡਾ ਜਾਂ ਕੋਈ ਪਾਰਟਿਕੂਲਰ ਐਲੀਜੀਬਿਲਟੀ ਕ੍ਰਾਈਟੇਰੀਆ ਹੈਗਾ? ਨਹੀਂ, ਐਲੀਜੀਬਿਲਟੀ ਦੇ ਅਕੋਰਡਿੰਗ, ਕਈਆਂ ਦੀ ਰਿਕੁਆਇਰਮੈਂਟਸ ਦੇ ਅਕੋਰਡਿੰਗ ਹੀ ਆਪਾਂ ਨੂੰ ਹਰ ਇੱਕ ਨੂੰ ਕਲੀਅਰ ਕਰ ਸਕਦੇ ਹਾਂ ਕਿ ਕਿਹੜਾ ਜਾ ਸਕਦਾ ਆ। ਅਗਰ ਕਈਆਂ ਦੇ ਨੰਬਰ ਬਿਲਕੁਲ ਹੀ ਨਹੀਂ, ਬਿਲਕੁਲ ਘੱਟ ਹੁੰਦੇ ਆ, ਕਈ ਲੱਗ ਜਾਂਦੇ ਆ ਬਟ ਉਹਨਾਂ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਅਸੀਂ ਉਹਨਾਂ ਨੂੰ ਕਾਲਜ ਔਰ ਕੋਰਸ ਸਿਲੈਕਟ ਕਰਦੇ ਹਾਂ। ਤਾਂ ਇਹ ਸਾਰੀ ਕੈਨੇਡਾ ਦੀ ਟੀਮ ਸੀਗੀ ਤਾਂ ਯੂਕੇ ਦੇ ਵੀ ਕਾਫੀ ਵੀਜ਼ਾਸ ਜਿਹੜੇ ਨੇ ਉਹ ਆਏ ਹੋਏ ਨੇ। ਯੂਕੇ ਦੀ ਟੀਮ ਦੇ ਨਾਲ ਵੀ ਗੱਲਬਾਤ ਕਰਦੇ ਆ। ਮੈਮ ਯੂਕੇ ਦੇ ਵਾਸਤੇ ਬੱਚਾ ਸਭ ਤੋਂ ਪਹਿਲਾਂ ਕਿਹੜੀ ਗਲਤੀ ਕਰਦਾ ਜਦੋਂ ਫਾਈਲ ਲਗਾਉਂਦਾ ਹੈ? ਕਿਹੜੀ ਗਲਤੀ ਕਰਦਾ ਤੇ ਯੂਕੇ ਦੇ ਵਿੱਚ ਰਿਫਿਊਜ਼ਲਾਂ ਦੇ ਕੀ ਕਾਰਨ ਹੁੰਦੇ ਨੇ? ਯੂਕੇ ਦੇ ਵਿੱਚ ਤਾਂ ਮੇਨਲੀ ਦੇਖਿਆ ਜਾਵੇ ਤਾਂ ਕੋਈ ਰਿਫਿਊਜ਼ਲਸ ਇਹ ਤਾਂ ਅੱਜ ਤੱਕ ਆਉਂਦੀਆਂ ਨਹੀਂ ਹੈਗੀਆਂ। ਮੇਨ ਦੇਖਿਆ ਜਾਵੇ ਤਾਂ ਸਾਰਾ ਜਿਹੜਾ ਇਹਦੇ ਵਿੱਚ ਪ੍ਰੋਸੈਸ ਹੁੰਦਾ ਯੂਨੀਵਰਸਿਟੀ ਲੈਵਲ ਦੇ ਉੱਤੇ ਹੁੰਦਾ ਵਾ, ਠੀਕ ਹੈ। ਐਮਬੈਸੀ ਦੇ ਵਿੱਚ ਅਗਰ ਫਾਈਲ ਜਾਂਦੀ, ਜਦੋਂ ਬੱਚੇ ਦਾ ਕੈਸ਼ ਲੈਟਰ ਆ ਜਾਂਦਾ ਉੱਥੇ ਬੱਚੇ ਨੂੰ ਸ਼ੋਰਟੀ ਹੋ ਜਾਂਦੀ ਕਿ ਆਪਣਾ ਵੀਜ਼ਾ ਆਏਗਾ ਹੀ ਆਏਗਾ। ਯੂਕੇ ਦੇ ਵਿੱਚ ਮੇਨਲੀ ਅਗਰ ਮੇਰੇ ਕੋਲ ਦੇਖਿਆ ਜਾਵੇ ਤਾਂ ਪ੍ਰੋਫਾਈਲਸ ਇੱਦਾਂ ਦੀਆਂ ਆਉਂਦੀਆਂ, ਲਾਈਕ ਦੇਖੋ ਹੁਣ ਸਟੂਡੈਂਟਸ ਦਾ ਗੈਪ ਹੁੰਦਾ, 2013 ਪਾਸ ਆਊਟ ਹੈ ਬੱਚਾ, ਗ੍ਰੈਜੂਏਸ਼ਨ ਪਾਸ ਆਊਟ ਹੁੰਦਾ, ਪਰਸੈਂਟੇਜ ਉਹਨਾਂ ਦੀ 46% ਹੋ ਜਾਂਦੀ ਹੈ। ਨਾਲ ਉਹ ਕਹਿ ਦਿੰਦੇ ਕਿ ਅਸੀਂ ਵਿਦਆਊਟ ਆਇਲਸ ਜਾਣਾ ਹੈ। ਉਹ ਬੱਚੇ ਲਈ ਬਿਲਕੁਲ ਹੀ ਮਨਾ ਹੈ ਕਿ ਉਹ ਵਿਦਆਊਟ ਆਇਲਸ ਨਹੀਂ ਜਾ ਸਕਦਾ। ਉਹਨੂੰ ਆਇਲਸ ਦੀ ਰਿਕੁਆਇਰਮੈਂਟ ਰਹੇਗੀ, ਪਲੱਸ ਅਗਰ ਉਹਨਾਂ ਦੇ ਪਰਸੈਂਟੇਜ ਘੱਟ ਹੈਗੀ ਆ, 46 47% ਹੈਗੀ ਆ, ਉਹਨਾਂ ਲਈ ਵੀ ਆਪਸ਼ਨਸ ਆਪਣੇ ਕੋਲ ਹੈਗੇ ਆ। ਬਟ ਵਿਦ ਆਇਲਸ ਉਹਨਾਂ ਦੇ ਲਈ ਸਾਡੇ ਕੋਲ ਆਪਸ਼ਨਸ ਹੈਗੀਆਂ ਨੇ। ਕਿਆ ਇਹ ਵੀ ਜਾਣਦਾ ਕਿ ਜਿਹੜਾ ਬੱਚਾ ਕਿਤੇ ਨਹੀਂ ਜਾ ਸਕਦਾ ਉਹ ਯੂਕੇ ਅਪਲਾਈ ਕਰ ਲੇ ਕਿ ਯੂਕੇ ਹਰੇਕ ਬੱਚਾ ਜਾ ਸਕਦਾ? ਯੂਕੇ ਹਰ ਇੱਕ ਬੱਚਾ ਜਾ ਸਕਦਾ, ਬਟ ਨਹੀਂ, ਅਗਰ ਦੇਖੋ ਹੁਣ ਆਪਣੇ ਕੋਲ ਇੱਦਾਂ ਦੀਆਂ ਪ੍ਰੋਫਾਈਲਸ ਆਉਂਦੀਆਂ ਨੇ, ਬੱਚਾ ਕਹਿੰਦਾ ਕਿ ਅਸੀਂ +2 ਕੀਤੀ ਹੋਈ ਹੈ, +2 ਹੀ ਬੱਚੇ ਨੇ 2012 'ਚ ਕੀਤੀ ਹੋਵੇ, 11 ਦੇ ਵਿੱਚ ਕੀਤੀ ਹੋਵੇ, ਉਸ ਤੋਂ ਬਾਅਦ ਬੱਚੇ ਦਾ ਸਾਰਾ ਗੈਪ ਹੁੰਦਾ। ਹੁਣ ਉਹ ਬੱਚੇ ਦੇ ਲਈ ਐਲੀਜੀਬਿਲਟੀ ਨਹੀਂ ਹੈਗੀ ਕਿ ਬੱਚਾ ਯੂਕੇ ਜਾ ਸਕਦਾ। ਹੁਣ ਬੱਚੇ ਦੇ ਕੋਲ ਬੈਂਡ ਸਕੋਰ ਵੀ ਹੁੰਦੇ ਆ, +2 ਪਾਸ ਆਊਟ ਆ, ਬੈਂਡ ਸਕੋਰ 7 ਹੈਗੇ ਆ, ਤੇ ਉਸ ਤੋਂ ਬਾਅਦ ਬੱਚਾ ਨਹੀਂ ਜਾ ਸਕਦਾ ਹੈਗਾ। ਉਹ ਚੀਜ਼ ਲਈ ਐਲੀਜੀਬਿਲਟੀ ਕ੍ਰਾਈਟੇਰੀਆ ਉਹਨਾਂ ਦਾ ਕਲੀਅਰ ਨਹੀਂ ਹੁੰਦਾ। ਤੇ ਉਸ ਤੋਂ ਬਾਅਦ ਜਾ ਕਿਹੜਾ ਬੱਚਾ ਸਕਦਾ ਹੈ? ਕੌਣ ਬੱਚਾ ਜਾ ਸਕਦਾ? ਕਿਹਦੀ ਕੀ ਐਲੀਜੀਬਿਲਟੀ ਕ੍ਰਾਈਟੇਰੀਆ ਹੋਣਾ ਚਾਹੀਦਾ ਉਹਦਾ? ਦੇਖੋ ਮੇਨ ਬੱਚੇ ਦੀ ਅਗਰ ਪੀਟੀ ਸਕੋਰ ਦੀ ਗੱਲ ਕੀਤੀ ਜਾਵੇ, ਪੀਟੀ ਸਕੋਰ ਬੱਚੇ ਦਾ 58 ਨਾਟ ਲੈਸ ਦੈਨ 51 ਹੋਣਾ ਚਾਹੀਦਾ। ਉਹ ਬੱਚੇ ਦੇ ਲਈ ਵੀ ਸਾਡੇ ਕੋਲ ਆਪਸ਼ਨਸ ਹੈਗੀਆਂ ਨੇ। ਅਗਰ ਬੱਚੇ ਨੇ ਸਪਾਊਸ ਕੇਸ ਲਈ ਜਾਣਾ ਹੈਗਾ, ਸਪਾਊਸ ਕੇਸ ਲਈ ਬੱਚੇ ਕੋਲ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਮੇਨ ਐਪਲੀਕੈਂਟ ਕੋਲ, ਤੇ ਉਹ ਆਪਣਾ ਸਪਾਊਸ ਕੇਸ ਲਗਾ ਸਕਦਾ। ਵਿਦ ਬੇਬੀ ਜਾਣਾ ਹੋਵੇ ਤਾਂ ਵਿਦ ਬੇਬੀ ਵੀ ਜਾ ਸਕਦਾ। ਬਟ ਬੈਂਡ ਸਕੋਰ ਦੀ ਰਿਕੁਆਇਰਮੈਂਟ ਅਗਰ ਮਾਸਟਰਸ ਲਈ ਦੇਖੀ ਜਾਵੇ 6.5 ਨਾਟ ਲੈਸ ਦੈਨ 6 ਦੀ ਹੈ। ਅਗਰ ਗ੍ਰੈਜੂਏਸ਼ਨ ਲਈ ਦੇਖੀ ਜਾਵੇ 6 ਨਾਟ ਲੈਸ ਦੈਨ 6 ਦੀ ਹੈ। 6 ਨਾਟ ਲੈਸ ਦੈਨ 5.5 ਇਨ 1 ਮੋਡਿਊਲਸ ਵੀ ਹੋਵੇ ਉਹ ਵੀ ਐਕਸੈਪਟੇਬਲ ਹੈ। ਸਪਾਊਸ ਵੀਜ਼ੇ ਦੀ ਬਹੁਤ ਗੱਲ ਆਉਂਦੀ ਹੈ ਕਿ ਯੂਕੇ ਦੇ ਵਿੱਚ ਸਪਾਊਸ ਵੀਜ਼ਾ ਬਹੁਤ ਸੌਖੇ ਤਰੀਕੇ ਨਾਲ ਮਿਲ ਜਾਂਦਾ, ਹਰੇਕ ਬੰਦਾ ਜਾ ਸਕਦਾ। ਕਿ ਸਪਾਊਸ ਵੀਜ਼ਾ ਵੀ ਹਰ ਕਿਸੇ ਦੇ ਲਈ ਬਹੁਤ ਸੌਖਾ ਹੈ ਯੂਕੇ ਦੇ ਵਾਸਤੇ? ਸਪਾਊਸ ਵੀਜ਼ਾ ਸੌਖਾ ਹੈ ਹਰ ਇੱਕ ਲਈ। ਮੇਨ ਐਪਲੀਕੈਂਟ ਹੀ ਪਹਿਲੇ ਅਪਲਾਈ ਕਰਦਾ ਹੈ, ਤੋ ਮੇਨ ਐਪਲੀਕੈਂਟ ਦੀ ਰਿਕੁਆਇਰਮੈਂਟ ਫੁਲਫਿਲ ਹੋਣੀ ਚਾਹੀਦੀ ਹੈ। ਬੈਂਡ ਰਿਕੁਆਇਰਮੈਂਟ ਉਹਦੀ ਫੁਲਫਿਲ ਹੋਣੀ ਚਾਹੀਦੀ ਹੈ, ਕਿਹੜੀ ਯੂਨੀਵਰਸਿਟੀ ਨਾਲ ਉਹ ਜਾ ਰਿਹਾ ਹੈ। ਐਂਡ ਗ੍ਰੈਜੂਏਸ਼ਨ ਦੀ ਉਹਦੀ ਰਿਕੁਆਇਰਮੈਂਟ ਫੁਲਫਿਲ ਹੋਣੀ ਚਾਹੀਦੀ ਹੈ, 50% ਤੋਂ ਅਬਵ ਉਹਦੀ ਰਿਕੁਆਇਰਮੈਂਟ ਹੋਣੀ ਚਾਹੀਦੀ। ਮਤਲਬ ਮਾਸਟਰਸ ਦੇ ਵਾਸਤੇ ਹੀ ਬੰਦਾ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ, ਗ੍ਰੈਜੂਏਸ਼ਨ ਵਾਸਤੇ ਨਹੀਂ? ਬਿਲਕੁਲ, ਮਾਸਟਰਸ ਲਈ ਵੀ ਇੱਦਾਂ ਨਹੀਂ ਹੈ ਕਿ ਮਾਸਟਰਸ ਲਈ ਜਾ ਸਕਦਾ। ਗ੍ਰੈਜੂਏਸ਼ਨ ਅਗਰ ਮੇਨ ਐਪਲੀਕੈਂਟ ਜਾ ਰਿਹਾ ਤਾਂ ਉਹ ਲੈ ਕੇ ਜਾ ਸਕਦਾ ਆਪਣੇ ਸਪਾਊਸ ਨੂੰ ਨਾਲ।
ਠੀਕ ਹੈ ਤਾਂ ਮੈਮ ਜਦੋਂ ਤੁਹਾਡੇ ਕੋਲ ਬੱਚਾ ਆਉਂਦਾ ਕੋਰਸ ਦੀ यूके वास्ते रेलेवेंसी कितनी कुछ मैटर करती है? यूके में कोर्स रेलिवेंसी उतनी मैटर नहीं करती है, बट हम कोशिश करते हैं कि हम उन्हीं रेलिवेंट कोर्सेज में ही जाएं। वैसे इतनी यूके में नहीं है कोर्स रेलिवेंसी। ਫਿਰ ਕਿਸ ਤਰ੍ਹਾਂ ਮਤਲਬ ਜੇਕਰ ਉਹਨੇ ਕੋਈ ਪੜ੍ਹਾਈ ਕੀਤੀ ਹੈ यूके ਦੇ ਵਾਸਤੇ ਕਿਸ ਤਰ੍ਹਾਂ ਉਹਨੇ ਕੋਰਸ ਜਿਹੜਾ ਚੂਜ਼ ਕੀਤਾ ਜਾਂਦਾ? हमें ऐसे है कि हम यूके के लिए जो डॉक्यूमेंट्स हमारे पास आते हैं हम बच्चों के वो रेलिवेंट देख के ही हम वो अप्लाई करते हैं। तो जैसे अगर मेडिकल का स्टूडेंट है तो उसको वही कोर्सेज मिलते हैं, बट ऐसे नहीं है कि कनाडा की तरह जैसे बिल्कुल ही रेलिवेंट होना चाहिए। तो हम आर्ट के कॉमर्स के स्टूडेंट्स को मैनेजमेंट के कोर्सेज दे देते हैं, आराम से मिल जाते हैं। ਮੈਮ यूके ਵਾਸਤੇ ਡਾਕੂਮੈਂਟੇਸ਼ਨ ਕਿਹੜੀ ਚਾਹੀਦੀ ਹੁੰਦੀ ਹੈ ਕਿ ਐਲੀਜੀਬਿਲਟੀ ਕ੍ਰਾਈਟੇਰੀਆ ਕਿਉਂਕਿ ਸਟੂਡੈਂਟਸ ਜਦੋਂ ਆਉਂਦੇ ਨੇ ਉਹ ਕਈ ਵਾਰੀ ਐਡਸ ਦੇਖ ਕੇ ਵੀ ਆਉਂਦੇ ਕਿ 3 ਲੱਖ ਦੇ ਵਿੱਚ यूके ਜਾਓ ਕਿ ਵਾਕਈ 3 ਲੱਖ ਦੇ ਵਿੱਚ ਜਾਣਾ ਪੋਸੀਬਲ ਹੈਗਾ यूके 'ਚ? यूके 'ਚ 3 ਲੱਖ 'ਚ ਪੋਸੀਬਲੀ ਨਹੀਂ ਹੈਗਾ। ਉਹਦੇ ਵਿੱਚ ਅਕੈਡਮਿਕਸ ਜੋ ਉਹਦੇ ਡਾਕੂਮੈਂਟਸ ਚਾਹੀਦੇ ਹੁੰਦੇ ਨੇ, ਅਕੈਡਮਿਕਸ ਚਾਹੀਦੇ ਆ, ਆਇਲਸ ਫੰਡਸ ਸਫੀਸ਼ੀਐਂਟ ਹੋਣੇ ਚਾਹੀਦੇ ਆ, ਮੈਡੀਕਲ ਹੋਣਾ ਚਾਹੀਦਾ ਉਹਨਾਂ ਕੋਲ, ਹਰੇਕ ਉਹਨਾਂ ਦੀ ਐਕਸਪੀਰੀਅੰਸ ਹੋਣਾ ਚਾਹੀਦਾ, ਗੈਪ ਪ੍ਰੂਫ ਹੋਣਾ ਚਾਹੀਦਾ ਹੈ, ਹਰੇਕ ਦੀ ਚੀਜ਼ ਉਹਨਾਂ ਕੋਲ ਹੋਣੀ ਚਾਹੀਦੀ ਹੈ ਡਾਕੂਮੈਂਟੇਸ਼ਨ, ਤਾਂ ਹੀ ਉਹ यूके ਦੀ ਪ੍ਰੋਫਾਈਲ ਲਗਾ ਸਕਦੇ ਆ ਐਮਬੈਸੀ ਲਈ। ਕਿਸ ਤਰ੍ਹਾਂ ਮਤਲਬ ਇੱਕ ਚੈੱਕਲਿਸਟ ਦੀ ਜੇਕਰ ਆਪਾਂ ਗੱਲ ਕਰੀਏ ਜੇ ਇੱਕ ਬੱਚੇ ਨੇ ਆਪਣੀ ਫਾਈਲ ਤਿਆਰ ਕਰਾਣੀ ਹੈ ਸਭ ਤੋਂ ਪਹਿਲਾਂ ਤੁਹਾਡੇ ਕੋਲ ਕੀ ਲੈ ਕੇ ਆਵੇ? ਪਹਿਲੇ ਤਾਂ ਪਾਸਪੋਰਟ ਹੋਣਾ ਚਾਹੀਦਾ ਹੈ, ਫਿਰ ਅਕੈਡਮਿਕਸ ਹੋਣੇ ਚਾਹੀਦੇ ਆ, ਆਇਲਸ ਹੋਣਾ ਚਾਹੀਦਾ ਹੈ, ਐਕਸਪੀਰੀਅੰਸ ਅਗਰ ਗੈਪ ਹੈ ਤਾਂ ਗੈਪ ਉਹਨਾਂ ਦਾ ਹੋਣਾ ਚਾਹੀਦਾ ਹੈ, ਡਿਪਲੋਮਾ ਹੈ ਤਾਂ ਡਿਪਲੋਮਾ ਹੋਣਾ ਚਾਹੀਦਾ ਹੈ, ਫੰਡਸ ਹੋਣੇ ਚਾਹੀਦੇ ਸਫੀਸ਼ੀਐਂਟ ਉਹਨਾਂ ਕੋਲ, ਮੈਡੀਕਲ ਕੈਸ਼ ਦੇ ਟਾਈਮ ਤੇ ਮੈਡੀਕਲ ਹੋਣਾ ਚਾਹੀਦਾ ਉਹਨਾਂ ਕੋਲ। ਇਹ ਚੀਜ਼ਾਂ ਹੋਣੀਆਂ ਜ਼ਰੂਰੀ ਨੇ। ਪ੍ਰੋਸੈਸ ਟਾਈਮਿੰਗ ਕੀ ਹੈ ਕਿਉਂਕਿ ਕੈਨੇਡਾ ਦੀ ਕਿਹਾ ਜਾਂਦਾ ਕਿ ਹੁਣ ਕੈਨੇਡਾ ਵਾਸਤੇ 3 ਤੋਂ 4 ਮਹੀਨੇ ਲੱਗ ਜਾਂਦੇ ਨੇ, यूके ਵਾਸਤੇ ਕਿੰਨਾ ਪ੍ਰੋਸੈਸਿੰਗ ਟਾਈਮ ਹੈ? ਅਪਰੋਕਸ ਅਗਰ ਆਫਟਰ ਆਫਰ ਲੈਟਰ ਤਾਂ ਉਹਨਾਂ ਦਾ 2 ਮੰਥਸ ਦਾ ਪ੍ਰੋਸੈਸਿੰਗ ਟਾਈਮ ਹੁੰਦਾ ਹੈ। ਫੋਰ ਕੈਸ਼ ਲਈ ਉਹਨਾਂ ਨੂੰ 1 ਮੰਥ ਲੱਗ ਜਾਂਦਾ ਹੈ ਆਫਟਰ ਕੈਸ਼ ਤੱਕ ਦਾ ਪ੍ਰੋਸੈਸ। ਆਫਟਰ ਕੈਸ਼ ਉਹਨਾਂ ਕੋਲ 5 ਡੇਜ਼ ਵਰਕਿੰਗ 'ਚ ਉਹਨਾਂ ਦਾ ਵੀਜ਼ਾ ਆ ਜਾਂਦਾ ਹੈ। ਠੀਕ ਹੈ ਤੇ ਮਤਲਬ ਕੈਸ਼ ਤੋਂ ਬਾਅਦ 5 ਦਿਨਾਂ ਦੇ ਵਿੱਚ ਵੀਜ਼ਾ ਆ ਜਾਂਦਾ ਤੇ ਉਸ ਤੋਂ ਬਾਅਦ ਬੱਚਾ ਟਰੈਵਲ ਕਿੰਨੀ ਦੇਰ ਪਹਿਲਾਂ ਕਰ ਸਕਦਾ? ਟਰੈਵਲ ਲਈ ਇੱਕ ਅਰਾਈਵਲ ਡੇਟ ਹੁੰਦੀ ਹੈ ਯੂਨੀਵਰਸਿਟੀ ਦੀ, ਉਹ ਯੂਨੀਵਰਸਿਟੀ ਦੇ ਮੁਤਾਬਿਕ ਹੀ ਉਹਨਾਂ ਨੂੰ ਮਤਲਬ ਕਿ ਇੱਕ ਯੂਨੀਵਰਸਿਟੀ ਦੀ ਅਰਾਈਵਲ ਡੇਟ ਦੇਣੀ ਹੁੰਦੀ ਹੈ ਕਿ ਉਹਨਾਂ ਤੱਕ ਉਹ ਪਹੁੰਚ ਜਾਣਾ ਚਾਹੀਦਾ ਹੈ। ਵੈਸੇ ਤਾਂ ਯੂਨੀਵਰਸਿਟੀ यूके ਦੀ ਜਦੋਂ ਸਟੈਂਪ ਲੱਗਦੀ ਹੈ ਉਹ 3 ਮੰਥਸ ਦੀ ਹੁੰਦੀ ਹੈ। ਵੈਸੇ ਤਾਂ ਅਗਰ ਕੋਈ ਮੈਡੀਕਲ ਇਸ਼ੂ ਹੈ ਕੁਝ ਵੀ ਹੈ ਤਾਂ ਉਦੋਂ ਤੱਕ ਬੱਚਾ ਜਾ ਸਕਦਾ ਹੈ, ਬਟ ਇੱਕ ਅਰਾਈਵਲ ਡੇਟ ਦੇ ਲਈ ਜ਼ਰੂਰੀ ਉਹਨਾਂ ਨੂੰ ਪਹੁੰਚਣਾ ਜ਼ਰੂਰੀ ਹੈ ਉਹਦੇ ਲਈ। ਤਾਂ ਸਾਡੇ ਨਾਲ ਵਿਜ਼ਨ ਗਰੁੱਪ ਦੇ ਐਮਡੀ ਵੀ ਮੌਜੂਦ ਨੇ। ਹਨੀ ਸਰ ਬਹੁਤ ਸਾਰੇ ਵੀਜ਼ੇ ਆਏ ਨੇ 60% ਤੁਸੀਂ ਵੀ ਦੱਸਿਆ, ਇਹਨਾਂ ਨੇ ਵੀ ਦੱਸਿਆ ਕਿ ਰਿਫਿਊਜ਼ਲ ਵਾਲੇ ਕੇਸ ਸੀਗੇ ਤੇ ਰਿਫਿਊਜ਼ਲ ਟੂ ਵੀਜ਼ਾ ਕਿਸ ਤਰ੍ਹਾਂ ਫਿਰ ਇੰਨਾ ਕਨਵਰਟ ਹੋ ਜਾਂਦਾ? ਪਹਿਲਾਂ ਬੱਚਿਆਂ ਦੇ ਕਿਉਂ ਰਿਫਿਊਜ਼ਲ ਆਉਂਦੀਆਂ ਤੇ ਫਿਰ ਜਦੋਂ ਤੁਹਾਡੇ ਕੋਲ ਆਉਂਦਾ ਫਿਰ ਉਹ ਵੀਜ਼ਾ 'ਚ ਕਿਸ ਤਰ੍ਹਾਂ ਕਨਵਰਟ ਹੋ ਜਾਂਦਾ? ਦੇਖੋ ਸਨਮ ਜੀ, ਇਸ ਤਰ੍ਹਾਂ ਕਿ ਜਦੋਂ ਬੱਚੇ ਦਾ ਕੈਨੇਡਾ ਦਾ ਵੀਜ਼ਾ ਰਿਫਿਊਜ਼ ਦਾ ਕਾਰਨ ਬੜਾ ਕਲੀਅਰ ਹੈ, ਕੋਰਸ ਦੀ ਮਿਸਮੈਚ। ਬੱਚਾ ਬਹੁਤ ਜ਼ਿਆਦਾ ਬੱਚੇ ਉਹੀ ਜਿਹੜੇ ਕੋਰਸ ਮਿਸਮੈਚ ਕਰਦੇ ਆ। ਦੂਸਰਾ ਕਿਤੇ ਨਾ ਕਿਤੇ ਕਾਲਜ ਦਾ ਬਹੁਤ ਇਫੈਕਟ ਹੈ। ਬੱਚਾ ਇਹ ਸੋਚ ਕੇ ਅਪਲਾਈ ਕਰ ਰਿਹਾ ਕੈਨੇਡਾ ਵੀਜ਼ਾ ਬਹੁਤ ਦੇ ਰਿਹਾ, ਕੈਨੇਡਾ ਵੀਜ਼ਾ ਦੇ ਰਿਹਾ ਪਰ 6 ਈਚ ਵਾਲੇ ਬੱਚਿਆਂ ਨੂੰ ਹੀ ਦੇ ਰਿਹਾ। ਜਿਹੜੇ ਘੱਟ ਬੈਂਡ ਸਕੋਰ ਨਾਲ ਅਪਲਾਈ ਕਰ ਰਹੇ ਉਹਨਾਂ ਨੂੰ ਵੀਜ਼ਾ ਨਹੀਂ ਮਿਲ ਰਿਹਾ। ਜਿਹੜੇ ਸਾਡੇ ਕੋਲ ਹੁਣ ਵੀਜ਼ਾ ਰਿਫਿਊਜ਼ਲ ਵਾਲੇ ਵੀਜ਼ਾ 'ਚ ਕਨਵਰਟ ਹੋਏ ਆ ਉਹ ਜ਼ਿਆਦਾਤਰ ਬੱਚੇ ਉਹੀ ਜਿਨ੍ਹਾਂ ਦੇ ਕੋਰਸ ਗਲਤ ਪਹਿਲਾਂ ਚੂਜ਼ ਕੀਤਾ ਸੀ, ਅਸੀਂ ਉਹਨਾਂ ਦੇ ਕੋਰਸ ਨੂੰ ਸਹੀ ਕੀਤਾ, ਸਾਨੂੰ ਵੀਜ਼ਾ ਮਿਲ ਗਿਆ ਕੈਨੇਡਾ। यूके ਤੇ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਦਾ ਕ੍ਰੇਜ਼ ਚੱਲ ਰਿਹਾ ਕਿਉਂਕਿ ਹੁਣ यूके ਵੱਲ ਵੀ ਦੇਖਿਆ ਜਾ ਰਿਹਾ ਕਿ ਬਹੁਤ ਬੱਚੇ ਹੁਣ ਜਾਣਾ ਪਸੰਦ ਕਰ ਰਹੇ ਨੇ? ਦੇਖੋ ਜਦ ਤੱਕ ਇਸ ਸਮੇਂ ਸਪਾਊਸ ਕੇਸ ਲਈ ਸਿਰਫ यूके ਕੰਟਰੀ ਜਿਹੜੀ ਇਕੱਠਾ ਵੀਜ਼ਾ ਦੇ ਰਹੀ ਹੈ ਨਾ, ਆਸਟ੍ਰੇਲੀਆ ਦਾ ਸਕਸੈਸ ਸਭ ਨੂੰ ਪਤਾ ਕਿ ਰਿਫਿਊਜ਼ਲਸ ਬਹੁਤ ਹੈ, ਤਾਂ ਕਿਤੇ ਨਾ ਕਿਤੇ ਜਿਹੜੇ ਲੋਕ ਇਕੱਠੇ ਜਾਣਾ ਚਾਹੁੰਦੇ ਆ ਜਾਂ ਜਿਹੜੇ ਲੋਕ ਕੈਨੇਡਾ ਜਾਣ ਲਈ ਐਲੀਜੀਬਲ ਨਹੀਂ ਹੈ ਉਹ यूके ਦਾ ਵੀਜ਼ਾ ਅਪਲਾਈ ਕਰ ਰਹੇ ਹੈ। ਬਟ यूके ਨੂੰ ਇਸ ਤਰ੍ਹਾਂ ਨਹੀਂ ਸੋਚ ਸਕਦੇ ਯਾਰ ਕਿ यूके ਹਰ ਬੱਚਾ ਜਾਣ ਲਈ ਐਲੀਜੀਬਲ। ਜੇ ਮੈਡਮ ਨੇ ਦੱਸਿਆ ਕਿ यूके ਦੇ ਵੀ ਇੱਕ ਆਪਣਾ ਬੇਸਿਕ ਰਿਕੁਆਇਰਮੈਂਟ ਹੈ, ਬਿਨਾਂ ਆਈਲੈਟਸ ਉਹੀ ਬੱਚਾ ਜਾਏਗਾ ਜਿਹਦੀ ਪਰਸੈਂਟੇਜ ਬਹੁਤ ਚੰਗੀ ਹੈ, ਜਿਹਦੀ ਪਰਸੈਂਟੇਜ ਚੰਗੀ ਨਹੀਂ ਉਹ ਵਿਦਆਊਟ ਆਈਲੈਟ ਜਾ ਹੀ ਨਹੀਂ ਸਕਦਾ। ਆਖਰੀ ਬੱਚਿਆਂ ਨੂੰ ਕੀ ਅਪੀਲ ਕਰੋਗੇ ਕਿਉਂਕਿ ਬੱਚਿਆਂ ਨੇ ਆਪਣੇ ਬਹੁਤ ਸਾਰੇ ਪੈਸੇ ਇਕੱਠੇ ਕਰਕੇ ਤੁਹਾਡੇ ਕੋਲ ਆਉਣਾ ਹੁੰਦਾ, ਬਹੁਤ ਉਮੀਦਾਂ ਲੈ ਕੇ ਆਉਂਦੇ ਨੇ, ਬੱਚਿਆਂ ਨੂੰ ਕੀ ਅਪੀਲ ਕਰੋਗੇ? ਦੇਖੋ ਅਪੀਲ ਬੜਾ ਕਲੀਅਰ ਹੈ, ਅਗਰ ਤੁਹਾਡਾ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਗਿਆ, ਤੁਹਾਡੇ ਆਈਲੈਟਸ 6 ਈਚ ਬੈਂਡ ਸੀਗੇ, ਤੁਹਾਡਾ ਕਾਲਜ ਪਬਲਿਕ ਸੀਗਾ, ਤੁਸੀਂ ਸਾਡੇ ਨਾਲ ਸੰਪਰਕ ਕਰੋ, ਅਸੀਂ ਤੁਹਾਡੀ ਰਿਫਿਊਜ਼ਲ ਨੂੰ ਵੀਜ਼ੇ 'ਚ ਕਨਵਰਟ ਕਰ ਦਾਂਗੇ। ਔਰ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਹੈ ਐਮਬੈਸੀ ਫੀਸ ਅਸੀਂ ਆਪ ਪੇ ਕਰਾਂਗੇ, ਤੁਹਾਡੇ ਤੋਂ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ। ਦੂਸਰੇ ਪਾਸੇ यूके ਦਾ ਕਿ ਸਤੰਬਰ 2023 ਦਾ ਜਿਹੜਾ ਇਨਟੇਕ ਹੈ ਉਹ ਵੀ ਆਲਮੋਸਟ ਕਲੋਜ਼ ਹੋਣ ਦੀ ਪੋਜੀਸ਼ਨ ਤੇ ਆ ਗਿਆ। ਤੁਸੀਂ ਇਹ ਸੋਚ ਕੇ ਨਾ ਅਪਲਾਈ ਕਰੋ ਸਤੰਬਰ ਬਹੁਤ ਦੂਰ ਹੈ, ਸਤੰਬਰ ਬਹੁਤ ਨੇੜੇ ਹੋ ਗਿਆ ਬਿਕੋਜ਼ ਯੂਨੀਵਰਸਿਟੀਜ਼ ਦੀ ਸੀਟਾਂ ਫੁੱਲ ਹੋਈ ਜਾ ਰਹੀਆਂ ਤੇ यूके ਤੇ ਕੈਨੇਡਾ ਦੋਨਾਂ ਦੇ ਰਿਜ਼ਲਟਸ ਬੜੇ ਪੋਜ਼ਿਟਿਵ ਆ ਰਹੇ ਸੀ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਹਨੀਸ਼ ਉੱਪਲ ਅਤੇ ਵਿਜ਼ਨ ਗਰੁੱਪ ਦੀ ਟੀਮ ਸਾਰੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤੇ ਦੱਸਿਆ ਇਹਨਾਂ ਨੇ ਕਿਸ ਤਰ੍ਹਾਂ ਬੱਚੇ ਕੈਨੇਡਾ ਤੇ यूके ਦੇ ਵੀਜ਼ੇ ਲਗਾਉਣ ਵੇਲੇ ਕੀ ਗਲਤੀਆਂ ਕਰਦੇ ਨੇ ਆਪਣੀ ਫਾਈਲ ਦੇ ਵਿੱਚ। ਜੇ ਬੱਚੇ ਉਹ ਗਲਤੀਆਂ ਨਹੀਂ ਕਰਨਗੇ ਤਾਂ ਉਹਨਾਂ ਨੂੰ ਰਿਫਿਊਜ਼ਲ ਦਾ ਸਾਹਮਣਾ ਨਹੀਂ ਕਰਨਾ ਪਏਗਾ। ਤਾਂ ਵਧੇਰੇ ਅਪਡੇਟਸ ਸਾਨੂੰ ਜਰੂਰ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਨਮਜੀਤ ਸਿੰਘ ਪੱਲਾ, ਰੋਜ਼ਾਨਾ ਸਪੋਕਸਮੈਨ, ਲੁਧਿਆਣਾ।